ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ। ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਾਨ ਤ੍ਰਿਪਤ ਅਘਾਈ। ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਨਾਰ ਤ੍ਰਿਸ਼ਨ ਤ੍ਰਿਖਾਈ। ਹਰ ਅਰਾਧੇ ਅਰੋਗ ਆਨੰਦਾਈ, ਜਿਸਨੂੰ ਵਿਸਰੈ ਮੇਰਾ ਰਾਮ ਸਨੇਹੀ। ਤਿਸ ਲਾਖ ਬੇਦਨ ਜਾਣਿਆਈ। ਰਹਾਉ। ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸ਼ਰਣੇ। ਜਿਹ ਨਰ ਬਿਸਰਿਆ ਪੁਰਖ ਵਿਧਾਤਾ, ਦੇ ਦੁਖੀਆਂ ਮੈਂ ਗਾਨਣੇ। ਜੇ ਗੁਰ ਮਾਨ ਪ੍ਰਭੂ ਲਿਵ ਲਾਇ, ਤੇ ਮਹਾ ਆਨੰਦ ਰਸ ਕਰਿਆ। ਜੇ ਪ੍ਰਭੂ ਵਿਸਾਰ ਗੁਰ ਤੇ ਬਿਮੁਖਾਈ, ਤੇ ਨਰਕ ਘੋਰ ਮਹਿ ਪਰਿਆ। ਜਿਤ ਕੋ ਲਾਇਆ ਤਿਤ ਹੀ ਲਾਂਗਾ, ਤੈਸੋ ਹੀ ਵਰਤਾਰਾ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭੈ ਮਗਨ ਚਰਨਾਰਾ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭੈ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਨੇ ਅਪਾਰ ਮਿਹਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਆਪਣੇ ਪਤਿਤ ਪਾਵਨ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ, ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਆਓ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਸਰਵਣ ਕਰੀਏ। ਇਹ ਪਾਵਨ ਸ਼ਬਦ 612 ਅੰਕ ਤੋਂ ਆਰੰਭ ਹੋ ਕੇ 613 ਤੇ ਸੰਪੂਰਨ ਹੈ। ਸੋਰਠ ਰਾਗਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁਤ ਗੁਰੂ ਅਰਜਨ ਦੇਵ ਰਹਿਮਤ ਕਰ ਰਹੇ ਨੇ। ਸੱਚੇ ਪਾਤਸ਼ਾਹ ਕੀ ਬਖਸ਼ਿਸ਼ਾਂ ਕਰਦੇ ਨੇ, ਆਓ ਸਮਝੀਏ ਜੀ। ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਬਹੁਤ ਵੱਡੀ ਇੱਕ ਸਮੱਸਿਆ ਆ ਸੰਸਾਰ ਦੇ ਵਿੱਚ ਵਿਚਰਦਿਆਂ। ਬੰਦਾ ਰੱਜਦਾ ਨਹੀਂ ਹੈ ਜੀ। ਇਹਦੀ ਤ੍ਰਿਸ਼ਨਾ ਜਿਹੜੀ ਹੈ ਨਾ, ਸੋ ਉਹ ਭੁੱਖ ਬਹੁਤ ਹੈ, ਰੱਜਦਾ ਨਹੀਂ। ਰਾਜਾ ਰਾਜ ਨਾ ਤ੍ਰਿਪਤਿਆ। ਹੁਣ ਰਾਜੇ ਕੋ ਸਭ ਕੁਝ ਹੈ, ਨਹੀਂ ਤ੍ਰਿਪਤ ਹੁੰਦਾ ਜੀ। ਕਹਿੰਦਾ ਮੇਰਾ ਰਾਜ ਭਾਗ ਹੋਰ ਵਧੇ, ਖਜ਼ਾਨਾ ਹੋਰ ਆਵੇ, ਫੌਜਾਂ ਹੋਰ ਹੋਣ। ਕਿੱਥੇ ਤ੍ਰਿਪਤ ਦਾ ਰਾਜ? ਰਾਜਾ ਰਾਜ ਦੇ ਨਾਲ ਨਹੀਂ ਤ੍ਰਿਪਤ ਦਾ ਜੀ। ਕੋਈ ਵੀ ਸੰਸਾਰ ਦੇ ਵਿੱਚ ਕਿਸੇ ਵੀ ਪੱਖੋਂ ਤ੍ਰਿਪਤ ਨਜ਼ਰ ਨਹੀਂ ਆਉਂਦਾ ਜੀ। ਪਰ ਦੌੜ ਲੱਗੀ ਪਈ ਹੈ, ਦੌੜ ਲੱਗੀ ਪਈ ਹੈ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤ੍ਰਿਪਤ ਹੋਣ ਦੀ ਇੱਕ ਯੁਕਤੀ ਦੱਸ ਦਿੱਤੀ ਹੈ। ਕਿੱਦਾਂ ਤ੍ਰਿਪਤ ਹੋਈ ਤਾਂ ਮਹਾਰਾਜ ਕਹਿੰਦੇ, ਜਿਹਦਾ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਮਨ ਲੀਨ ਹੋ ਜਾਂਦਾ ਹੈ, ਉਹ ਕਹਿੰਦਾ ਮੈਨੂੰ ਲੋੜ ਨਹੀਂ। ਅਗਾਈ ਸ਼ਬਦ ਹੁੰਦਾ ਰੱਜਿਆ। ਤ੍ਰਿਪਤ ਤ੍ਰਿਪਤੀ, ਅਗਾਈ ਰੱਜਿਆ। ਹੁਣ ਜਿਹੜਾ ਰੱਜਿਆ ਹੋਊਗਾ ਉਹਦੀ ਤ੍ਰਿਪਤੀ ਹੈ। ਬੰਦਾ ਰੋਟੀ ਨਾਲ ਰੱਜ ਗਿਆ,
ਉਹ ਕਹਿੰਦਾ ਹੁਣ ਮੈਨੂੰ ਲੋੜ ਨਹੀਂ, ਮੈਂ ਰੱਜ ਗਿਆ। ਪਾਣੀ ਦੀ ਪਿਆਸ ਸੀ, ਪਾਣੀ ਪੀ ਲਿਆ, ਹੁਣ ਰੱਜ ਗਿਆ, ਹੁਣ ਲੋੜ ਨਹੀਂ। ਪੇਟ ਦੀ ਜਿਹੜੀ ਭੁੱਖ ਹੈ, ਪੇਟ ਦੀ, ਇਹਦੇ ਵਿੱਚ ਬੰਦਾ ਕੁਝ ਘੰਟਿਆਂ ਲਈ ਰੱਜਦਾ ਹੈ, ਕੁਝ ਘੰਟਿਆਂ ਲਈ। ਸਵੇਰੇ ਰੱਜਿਆ, ਸ਼ਾਮੀ ਫੇਰ ਭੁੱਖਾ, ਸ਼ਾਮੀ ਰੱਜਿਆ, ਸਵੇਰੇ ਫੇਰ ਭੁੱਖਾ, ਪਰ ਕੁਝ ਘੰਟਿਆਂ ਲਈ ਤਾਂ ਰੱਜਦਾ ਹੈ। ਕੁਝ ਐਸਾ ਸਮਾਂ ਹੁੰਦਾ ਜਦੋਂ ਕਹਿੰਦਾ ਲੋੜ ਨਹੀਂ। ਬਸ ਤਾਂ ਕਰਦਾ ਹੀ ਹੈ, 2 ਰੋਟੀਆਂ ਖਾ ਲਊ, 3 ਖਾ ਲਊ, 5 7 ਕਿੰਨੀਆਂ ਖਾ ਲਊ, ਬਸ ਤਾਂ ਕਰਦਾ ਹੀ ਹੈ। ਉਹਨਾਂ ਇਹ ਗੱਲ ਕਹਿੰਦਾ ਵੀ ਮੈਂ ਰੱਜ ਗਿਆ ਜੀ, ਲੋੜ ਨਹੀਂ। ਪਰ ਮਨ ਦੀ ਭੁੱਖ 'ਚ ਇਹ ਗੱਲ ਕਹਿੰਦਾ ਹੀ ਨਹੀਂ ਜੀ, ਸਾਰੀ ਜ਼ਿੰਦਗੀ ਕਹਿੰਦਾ ਹੀ ਨਹੀਂ। ਕਹਿੰਦਾ ਹੋਰ 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 ਹੋਰ, ਮਨ ਦੀ ਭੁੱਖ 'ਚ ਨਹੀਂ ਕਹਿੰਦਾ। ਤ੍ਰਿਸ਼ਨਾ ਐਸੀ ਹੈ ਜੀ। ਹੁਣ ਇਹ ਜਿਹੜੀ ਤ੍ਰਿਸ਼ਨਾ ਆ, ਇਹ ਇੱਕ ਅੱਗ ਆ, ਅੱਗ। ਇਹ ਜਦੋਂ ਬੁਝਣੀ ਹੈ ਨਾ ਅੱਗ, ਉਦੋਂ ਗੱਲ ਬਣਨੀ ਹੈ। ਇਹ ਬੁਝਣੀ, ਇਹ ਅੱਗ ਜਿਹੜੀ ਹੈ ਅੰਮ੍ਰਿਤ ਜਲ ਦੇ ਨਾਲ, ਅੰਮ੍ਰਿਤ ਜਲ ਨਾਲ ਬੁਝਣੀ। ਉਹੀਓ ਗੱਲ ਮਹਾਰਾਜ ਜਿੱਥੇ ਕਰਦੇ ਨੇ, ਕਹਿੰਦੇ ਚਰਨ ਕਮਲ ਕੀ ਆ ਗੁਰਬਾਣੀ ਸ਼ਬਦ। ਚਰਨ ਕਮਲ ਸਿਉ ਜਾ ਕਾ ਮਨ ਲੀਨਾ। ਲੀਨਾ ਦਾ ਅਰਥ ਹੁੰਦਾ ਲੀਨ ਹੋ ਜਾਣਾ। ਜਿਨ੍ਹਾਂ ਦਾ ਮਨ ਗੁਰਬਾਣੀ ਦੇ ਵਿੱਚ ਲੀਨ ਹੋ ਜਾਂਦਾ, ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ, ਉਹਨਾਂ ਦੀ ਤ੍ਰਿਪਤੀ ਹੁੰਦੀ ਹੈ, ਅਗਾਈ ਉਹ ਰੱਜਦੇ ਨੇ। ਕਹਿੰਦੇ ਲੋੜ ਨਹੀਂ, ਜ਼ਰੂਰਤ ਨਹੀਂ। ਕੀ ਕਰਨਾ ਬਹੁਤਾ ਧਨ, ਕੀ ਕਰਨੇ ਨੇ ਰਾਜ ਭਾਗ, ਕੀ ਕਰਨੇ ਨੇ ਦੁਨਿਆਵੀ ਸੁੱਖ, ਲੋੜ ਨਹੀਂ। ਕੀ ਕਰਨਾ ਬਹੁਤਾ ਚਿਰ ਜੀ ਕੇ, ਨਹੀਂ ਤਾਂ ਜੀਣ ਨੂੰ ਸਾਰੇ ਕਹਿੰਦੇ ਮਰਨਾ ਕੌਣ ਚਾਹੁੰਦਾ ਜੀ, ਮਰਨਾ ਨਹੀਂ ਕੋਈ ਚਾਹੁੰਦਾ। ਅਤੇ ਹੁਣ ਜਿਹਦਾ ਮਨ ਜੁੜਿਆ ਹੋਇਆ ਕਹਿੰਦਾ ਕੀ ਕਰਨਾ ਬਹੁਤਾ ਚਿਰ ਜੀ ਕੇ, ਜਿੰਨਾ ਚਿਰ ਉਹਨੇ ਕਹਿਣਾ ਠੀਕ ਆ, ਹੁਕਮ ਆ ਗਿਆ ਤਾਂ ਤੁਰ ਪੈਣਾ। ਇੱਛਾ ਹੀ ਨਹੀਂ, ਜੀਣ ਦੀ ਵੀ ਇੱਛਾ ਨਹੀਂ। ਸੋ ਐਸੀ ਗੁਰਬਾਣੀ ਹੈ। ਇੱਕ ਤਾਂ ਉਹ ਹੁੰਦੇ ਨਾ ਜਿਹੜੇ ਤੰਗ ਆ ਜਾਂਦੇ ਆ, ਉਹਨਾਂ ਨੂੰ ਜੀਣ ਦੀ ਇੱਛਾ ਨਹੀਂ, ਉਹ ਮਜਬੂਰੀਆਂ ਹੁੰਦੀਆਂ। ਇੱਕ ਇਹ ਰੱਜੇ ਹੋਏ ਹੁੰਦੇ ਨੇ ਸੰਤ ਮਹਾਂਪੁਰਖ, ਕਹਿੰਦੇ ਇੱਛਾ ਨਹੀਂ, ਲੋੜ ਨਹੀਂ। ਜੀਵਨ ਉਹੀਓ ਹੈ ਜਿਹੜਾ ਤੇਰੇ ਚਰਨਾਂ 'ਚ ਬਤੀਤ ਹੋ ਜਾਣਾ, ਉਹ ਆਨੰਦਮਈ ਜੀਵਨ ਹੈ। ਬਾਕੀ ਜੀਵਨ ਨੂੰ ਕੀ ਕਰਨਾ, ਅਸਲ ਜੀਵਨ ਤਾਂ ਉਹ ਚਾਹੀਦਾ ਬਸ, ਭਾਵੇਂ ਥੋੜ੍ਹਾ ਹੀ ਹੋਵੇ, ਬੜਾ। ਬਾਕੀ ਇੰਨੀ ਲੰਬੀ ਉਮਰ ਕੀ ਕਰਨਾ। ਬੜੀਆਂ ਲੰਬੀਆਂ ਉਮਰਾਂ ਵਾਲੇ ਨੇ ਆ ਜਿਹੜੇ ਦਰੱਖਤ ਖੜ੍ਹੇ ਨੇ, ਹਜ਼ਾਰਾਂ ਸਾਲ ਲੰਬੀਆਂ ਉਮਰਾਂ ਭੋਗਦੇ ਪਏ ਨੇ। ਆ ਪਰਬਤਾਂ ਨੂੰ ਵੇਖ ਲਓ, ਪਰਬਤ ਖੜ੍ਹੇ ਨੇ, ਇਹਨਾਂ ਦੀਆਂ ਯੁੱਗਾਂ ਦੇ ਹਿਸਾਬ ਨਾਲ ਉਮਰਾਂ ਹੁੰਦੀਆਂ ਪਰਬਤਾਂ ਦੀਆਂ। ਕੋ ਕਰੋੜੀ ਚਲਤ ਨਾਨਤ ਚੰਦ ਸੂਰਜ ਦੇ ਪਤਾ ਨਹੀਂ ਕਿੰਨੀਆਂ ਕੁ ਉਮਰਾਂ ਨੇ, ਚੱਲੀ ਜਾਂਦੇ ਚੱਲੀ ਜਾਂਦੇ ਆ। ਉਮਰਾਂ ਦੇ ਹਿਸਾਬ ਨਾਲ ਮਾਰੋ ਤਾਂ ਨਿਗਾਹ ਕਿਤੇ, ਬੰਦੇ ਦੀ ਤਾਂ ਉਮਰ ਕਿਤੇ ਨੇ ਐਵੇਂ ਕਣਕਾਂ ਵੀ ਥੋੜ੍ਹੀ ਜਿਹੀ ਬੂੰਦ ਹੈ, ਇੱਕ ਬੁੱਧ-ਬੁੱਧਾ। ਸੱਚੇ ਪਾਤਸ਼ਾਹ ਨੇ ਤਦੇ ਬੁੱਧ-ਬੁੱਧਾ ਕਹਿ ਦਿੱਤਾ, ਪਾਣੀ ਤੇ ਬੁੱਧ-ਬੁੱਧਾ ਜਿਵੇਂ ਪੈਦਾ ਹੁੰਦਾ ਹੈ। ਫਿਰ ਵੀ ਹੋਰ ਜੀਵਨ ਦੀ ਇਹ ਚਾਹਤ ਰੱਖਦਾ। ਜੇ ਨਹੀਂ ਗਿਆਨ ਹੈ ਨਾ, ਬੁੱਢਾ ਹੋਇਆ ਵੀ ਜੀਵਨ ਦੀ ਚਾਹਤ ਰੱਖਦਾ। ਸਰੀਰ ਦੇ ਅੰਗ ਪੈਰ ਸਾਰੇ ਜਵਾਬ ਦੇ ਚੁੱਕੇ ਨੇ, ਫਿਰ ਵੀ ਮਰਨ ਤੋਂ ਡਰਦਾ ਹੈ, ਮੌਤ ਤੋਂ ਡਰਦਾ ਹੈ। ਮਹਾਰਾਜ ਕਹਿੰਦੇ ਚਰਨਾਂ ਕਮਲਾਂ ਵਿੱਚ ਜਿਨ੍ਹਾਂ ਦਾ ਮਨ ਲੀਨ ਹੋ ਜਾਂਦਾ ਹੈ ਨਾ, ਉਹ ਹਰ ਇੱਕ ਪੱਖ ਤੋਂ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ। ਕਹਿੰਦੇ ਉਹਦੀ ਕਿਸੇ ਵੀ ਕਿਸਮ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ। ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਪਿਆਸੇ ਕੌਣ ਰਹਿੰਦੇ ਨੇ, ਤ੍ਰਿਸ਼ਨਾਲੂ ਕੌਣ ਹੁੰਦੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਅਮੋਲਕ ਗੁਣਾਂ ਵਾਲਾ ਰੱਬ ਨਹੀਂ ਵਸਦਾ। ਚਲੋ ਪ੍ਰਮਾਤਮਾ ਦਾ ਵਸ ਜਾਣਾ ਅੰਦਰ ਸਾਡੇ ਵਸ ਨਹੀਂ ਹੈ, ਉਹ ਆਪ ਹੀ ਕਿਰਪਾ ਕਰਦਾ। ਚੱਲ ਉਹਦੇ ਜਿਹੜੇ ਅਮੋਲਕ ਗੁਣ ਨੇ ਨਾ, ਕੋਈ ਇੱਕ ਵਸ ਜਾਵੇ। ਕੋਈ ਗੁਣ ਨੇ, ਗੁਣ ਉਹਦੇ ਅਮੋਲਕ ਨੇ ਸਾਰੇ। ਖਿਮਾ ਦਾ ਗੁਣ ਆ, ਦਇਆ ਦਾ ਗੁਣ ਹੈ। ਲੈ ਦਇਆ ਦਾ ਗੁਣ ਜਿਹਦੇ ਮਨ ਵਿੱਚ ਵਸ ਜਾਊ, ਰੱਜਿਆ ਹੋਇਆ ਹੁੰਦਾ, ਬੜਾ ਫਰਕ ਪੈ ਜਾਂਦਾ। ਜਿਹਦੇ ਅੰਦਰ ਦਇਆ ਹੁੰਦੀ ਹੈ ਨਾ, ਆਮ ਸੰਸਾਰੀਆਂ ਨਾਲੋਂ ਭਿੰਨ ਹੋ ਜਾਂਦਾ ਜੀ, ਉਹ ਬਹੁਤ ਫਰਕ ਪੈ ਜਾਂਦਾ। ਜਿਹਦੇ ਵਿੱਚ ਗਰੀਬੀ ਦਾ ਗੁਣ ਆ ਜਾਂਦਾ, ਗਰੀਬੀ, ਸੱਚੇ ਪਾਤਸ਼ਾਹ ਕਹਿੰਦੇ ਗਰੀਬੀ ਬਹੁਤ ਵੱਡਾ ਹਥਿਆਰ ਹੈ, ਸਾਰੇ ਹੀ ਗਰੀਬੀ ਦੇ ਅੱਗੇ ਝੁਕ ਜਾਂਦੇ ਨੇ। ਨਿਮਰਤਾ, ਨਿਮਰਤਾ,
बड़ा वड्डा हथियार है। ये गुण ने, कहते ये अमोलक गुण ने। अमोलक, जिस दे अंदर अमोलक गुणां दा वासा नहीं हुंदा, वो हुंदे ने तृष्णालू, प्यासे, गुणां नूं धारण करना। सो ये गुण किद्दां आउंदे ने? सच्चे पातशाह कहंदे रसना गुण गोपाल निध गायण, शांत सहज रहस मन उपजो सगले दुख फलाण। बाणी दा जाप वधा दो। सो जाप वधाओ, जे 1 घंटा जाप करदे 2 घंटे कर दो, सिमरन करदे घंटा करो, 2 घंटे वधाई जाओ। नहीं गल बनी होर वधा दो, मतलब बीमारी ज़्यादा है, दवाई की ज़्यादा लोड़ है। सो जाप जिन्ना वधावांगे उन्ने ही गुण पैदा होंदे ने। गुणां दे नाल तृष्णा खत्म होंदी है। जदों गुण बन गया ना अंदर, पैदा हो गए, फिर महाराज कहंदे तृष्णा इहदी प्यास खत्म हो गया। हरे अराधे अरोग आनंदाई। परमात्मा की आराधना करन दे नाल तन भी अरोग हुंदा ते मन भी अरोग हुंदा जी। जे तन ते मन अरोग है फिर जीवन आनंदमई है। जे मन विच चिंता आ, फिकर है, टेंशना ने, तन जिड्डा मर्जी भावें अरोग होवे, आनंदमई जीवन नहीं हो सकता जी, नहीं हो सकता आनंदमई। तन का भी अरोग होना जरूरी है। जे तन अरोग नहीं है, मन की बेपरवाही, फिर भी गल नहीं बनती। ये तन भी अरोग चाहिए है, मन भी अरोग चाहिए, फिर जीवन आनंदमई है। महाराज कहते परमात्मा की आराधना करन दे नाल मन तन भए अरोगा। कर इशनान सिमर प्रभ अपना। महाराज ही कहते ना, इशनान करो भाई, अमृत वेला सांभो, उसकी आराधना करो। तन भी बड़ा, जिहड़ा बंदा अमृत वेले इशनान डेली करदा ना, कुदरती तौर पर घट्टो घट्ट 90% बीमारियां तो छुटकारा पै जांदा जी। अमृत वेले दा जिहड़ा इशनान करे पूरा, अधूरा नहीं। सो ये नहीं भी केसां का इशनान है, जिहड़े सब तो मुख भाग है वह इशनान ही नहीं, वह हफ्ते बाद धोंदा पिया। सब तो मुख भाग है केस। सो ये पूरा इशनान, सो सण केसी इशनान पूरा करे तो ये बीमारियां जिहड़ियां शरीरक है ना, ये बहुतियां पिछे हट जांदियां। फिर सिमरन करना, मन अरोग हो जाता। कर इशनान सिमर प्रभ अपना, मन तन पै अरोगा। आनंदमई जीवन हुंदा, आनंदमई जदों सो उहदी आराधना करदा। जिसनों विसरै मेरा राम स्नेही, तिस लाख बेदन जाने आए। स्नेही परमात्मा जिहड़ा स्नेही है, स्नेही स्नेही हुंदा गूढ़ा मित्र, गूढ़ा मित्र है। रब सारियां दा गूढ़ा मित्र है, कोई बनाउंदा कोई नहीं बनाउंदा। जिस दुनियावी दुनिया विचों मित्रता लभदे हैं, उतों नहीं मिलनी, उतों धोखा मिलेगा। दुनिया विच धोखा आ। गूढ़ी मित्रता जिहड़ी मिलनी गुरु तो मिलनी है। ये फिर एक बारी बांह फाड़ ली है ना, जिन्ना चिकर लेखा नहीं निबड़दा, गुरु बांह नहीं छड्डदा जी। मित्र ही वो बनाउणा चाहिए जिहड़ा सो सज्जण सही चलदियां नाल चलन, जिथे लेखा मंगिया तिथे खड़े दसन। उत्थे खड़े हुंदे आ सतगुरु जी, उत्थे खड़दे ने जिथे लेखा मंगिया जांदा, सो उत्थे खड़दे ने। फिर मित्र फिर वही ठीक है। कहंदे जिसनूं विसरै मेरा राम स्नेही, वो जिसनूं परमात्मा परमेश्वर सतगुरु मित्र विसर जांदा, तिस लाख वेदन, हज़ारां दी गल नहीं, उन्होंने लखां पीड़ा उन्होंने विपतावां लखां ही उन्होंने पै जानियां। जन आई समझ लवो। जे रब विसर गया है ना, समझ लो विपता ने घेर लेना। हुण महाराज कहते ने परमेश्वर ते भुलिया व्यापन सभे रोग, सभे रोग। दुखां दा पहाड़ टुटदा उहदे ते, ये दोष लाउंदा रहिंदा, कदी किसे ते कदी किसे ते। जे ठीक है बंदा अपने कर्मां ते दोष लाउंदा, ये तां गुरमत आ, कर्मां ते लाउणी। पर जे रब नूं परमात्मा दा नाम जप लईए ना, तो कर्म भी हत्थ जोड़ के पिछे खड़ जांदे ने।
ਕਿਉਂਕਿ ਹੁਣ ਚੰਗਾ ਕਰਮ ਵੱਧਦਾ ਜਾ ਰਿਹਾ, ਵੱਡਾ ਹੁੰਦਾ ਜਾ ਰਿਹਾ, ਉਹਦਾ ਕੱਦ ਵੱਧਦਾ ਜਾ ਰਿਹਾ, ਅਤੇ ਮਾੜਾ ਕਰਮ ਤਾਂ ਬੌਣਾ ਹੋ ਗਿਆ, ਉੱਥੇ ਉਹਦੀ ਕੋਈ ਵਾਹ ਪੇਸ਼ ਨਹੀਂ ਚੱਲਦੀ ਹੈ। ਪਰਮਾਤਮਾ ਨੂੰ ਯਾਦ ਕਰਨਾ ਇਹ ਜੋ ਸਭ ਤੋਂ ਉੱਤਮ ਕਰਮ ਹੈ ਜੀ। ਬਾਣੀ ਪੜ੍ਹਨੀ, ਉਹਨੂੰ ਯਾਦ ਕਰਨਾ, ਅਤੇ ਜਿਹੜੇ ਕਰਮ ਮਾੜੇ ਕੀਤੇ ਹੋਏ ਨੇ ਬੌਣੇ ਹੋ ਜਾਂਦੇ ਨੇ, ਉਹਦੇ ਸਾਹਮਣੇ ਕੁਛ ਨਹੀਂ ਉਹਨਾਂ ਦੀ ਕੋਈ ਤਾਕਤ ਨਹੀਂ ਰਹਿੰਦੀ, ਕੋਈ ਵਜੂਦ ਨਹੀਂ ਰਹਿ ਜਾਂਦਾ ਮਾੜੇ ਕਰਮਾਂ ਦਾ। ਫਿਰ ਚੰਗੇ ਕਰਮਾਂ ਦਾ ਫਲ ਫਿਰ ਚੰਗਾ ਹੀ ਹੋਣਾ। ਚੰਗਾ ਤਾਂ ਫਿਰ ਗੁਰੂ ਤਾਂ ਲੋਕ ਪਰਲੋਕ ਦੋਨਾਂ ਦਾ ਕਰਦਾ ਹੈ। ਇਹ ਨਹੀਂ ਕਿ ਪਰਲੋਕ ਦੇ ਸੁੱਖ ਇਸ ਲੋਕ ਦੇ ਵੀ ਸੁੱਖ ਦਿੰਦਾ, ਕਿਉਂਕਿ ਇੱਥੇ ਵੀ ਰਾਜ ਉਹਦਾ ਹੀ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਜਿਹੜੇ ਇੱਥੋਂ ਦੇ ਰਾਜੇ ਨੇ ਇਹਨਾਂ ਦਾ ਰਾਜ ਸदैवी ਨਹੀਂ ਹੈ। ਇਹ ਕੁਝ ਨਹੀਂ ਕਰ ਸਕਦੇ ਜਿੱਥੇ ਰੱਬੀ ਹੁਕਮ ਚੱਲ ਜਾਂਦਾ, ਇਹ ਕੁਝ ਨਹੀਂ ਕਰ ਸਕਦੇ। ਕਰਮ ਵੀ ਕੁਝ ਨਹੀਂ ਕਰ ਸਕਦੇ ਜਦੋਂ ਇਹਦੇ ਚੰਗੇ ਕਰਮ ਵੱਡੇ ਹੋ ਜਾਂਦੇ, ਮਾੜਾ ਕਰਮ ਜਿਹੜਾ ਉਹ ਬੌਣਾ ਹੋ ਜਾਂਦਾ ਹੈ। ਜੇ ਰੱਬ ਵਿਸਰ ਗਿਆ ਫਿਰ ਸਮਝ ਲੱਖਾਂ ਹੀ ਬਿਪਤਾ ਆਣ ਕੇ ਘੇਰ ਲੈਣੀਆਂ। ਜਾਣ ਲਓ, ਸਮਝ ਲਓ ਵੀ ਹੁਣ ਬਿਪਤਾ ਨੇ ਘੇਰ ਲੈਣਾ। ਜਿੱਦਣ ਰੱਬ ਵਿਸਰਿਆ ਫਿਰ ਅੱਜ ਕੰਮ ਖਰਾਬ ਹੈ। ਰੱਬ ਨਹੀਂ ਵਿਸਰਿਆ, ਰੱਬ ਚੇਤੇ ਹੈ, ਬਿਪਤਾ ਫੇਰ ਘੇਰਦੀ ਹੈ, ਸਮਝ ਲਓ ਵੱਡੀ ਸੀ ਛੋਟੀ ਬਣ ਗਈ। ਹਰ ਵਕਤ ਪੋਜ਼ੀਟਿਵ ਰਹੀਦਾ ਰੱਬ ਦੇ ਸੰਬੰਧ ਵਿੱਚ, ਕਦੀ ਨੈਗੇਟਿਵ ਨਹੀਂ ਹੋਈਦਾ। ਹਰ ਵਕਤ ਤੈਨੂੰ ਚੜ੍ਹਦੀ ਕਲਾ ਮਾਰੇ, ਕਹਿੰਦੇ ਚੜ੍ਹਦੀ ਕਲਾ 'ਚ ਰਹੀਦਾ। ਕਹਿੰਦੇ ਰਹਾਓ ਜਿਹ ਜਾਣੇ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸ਼ਰਣੇ। ਹੁਣ ਰੱਬ ਦੀ ਓਟ ਜਿਹੜੀ ਹੈ ਉਹ ਤਾਂ ਉਹਦੀ ਸ਼ਰਨ ਵਿੱਚ ਜਾ ਕੇ ਮਿਲਣੀ ਹੈ, ਬਾਹਰੋਂ ਥੋੜ੍ਹੀ ਮਿਲ ਜਾਣੀ। ਜੇ ਕਿਸੇ ਮਦਦ ਮੰਗਦੇ ਉਹਦੇ ਕੋਲ ਜਾਣਾ ਪੈਂਦਾ। ਹੁਣ ਦੂਰੋਂ ਹੀ ਆਵਾਜ਼ਾਂ ਮਾਰੀ ਜਾਈਏ ਵੀ ਮੇਰੀ ਮਦਦ ਕਰਦੇ, ਕੌਣ ਕਰਦਾ? ਦੂਰੋਂ ਜੇ ਤਾਂ ਮਨ ਕਰਕੇ ਬਾਣੀ ਪੜ੍ਹਦੇ ਹਾਂ ਫਿਰ ਸਭ ਨੂੰ ਸ਼ਰਨ ਆ ਗਿਆ, ਕੋਲ ਬਹਿ ਕੇ ਆਪਾਂ ਗੱਲਾਂ ਕਰਦੇ ਹਾਂ। ਜੇ ਮਨ ਨਹੀਂ ਲੱਗਿਆ ਤਾਂ ਦੂਰੋਂ ਹੀ ਆਵਾਜ਼ਾਂ ਮਾਰੀ ਜਾਂਦੇ, ਕਰਦੇ ਮੇਰਾ ਕੰਮ, ਉਹ ਨਹੀਂ ਕਰਦਾ। ਕਹਿੰਦੇ ਕਰਮਾਂ ਦਾ ਹਿਸਾਬ ਕਿਤਾਬ ਉਹ ਜੋ ਤੇਰੇ ਕਰਮ ਨੇ ਚੱਲ ਉੱਦਾਂ ਹੀ। ਫਿਰ ਮਹਾਰਾਜ ਕਹਿੰਦੇ ਜਿਸ ਨੇ ਤੇਰੀ ਸ਼ਰਨ ਪ੍ਰਾਪਤ ਕੀਤੀ, ਸਮਝ ਲਓ ਉਹਨੇ ਤੇਰੀ ਓਟ ਲੈ ਲਈ, ਉਹਨੂੰ ਓਟ ਮਿਲਦੀ ਤੇਰੀ, ਜਿਹੜਾ ਸ਼ਰਨ ਵਿੱਚ ਆਉਂਦਾ ਹੈ। ਅਤੇ ਜਿਹੜਾ ਸ਼ਰਨ ਵਿੱਚ ਆ ਗਿਆ ਮਹਾਰਾਜ ਕਹਿੰਦੇ ਫਿਰ ਉਹਦਾ ਬਿਰਧਿਆ ਉਹਦੇ ਕਰਮ ਨਹੀਂ ਦੇਖਦਾ। ਜਿਹੜਾ ਸ਼ਰਨ ਵਿੱਚ ਆ ਗਿਆ ਪਹਿਲਾਂ ਉਹਦਾ ਕੰਮ ਕਰਦਾ। ਐਮਰਜੈਂਸੀ ਕੇਸ ਹੁੰਦਾ ਜਿਹੜਾ ਸ਼ਰਨ ਵਿੱਚ ਆ ਗਿਆ ਉਹਨੂੰ, ਐਮਰਜੈਂਸੀ ਕੇਸ, ਕਾਗਜ਼ ਪੱਤਰ ਬਾਅਦ 'ਚ ਬਣਦੇ ਰਹਿਣਗੇ, ਕੋਈ ਗੱਲ ਨਹੀਂ। ਸ਼ਰਣੀ ਆ ਗਿਆ ਨਾ, ਜਿਹੜਾ ਸ਼ਰਣੀ ਆ ਗਿਆ ਉਹਦਾ ਫਿਰ ਪਹਿਲਾਂ ਉਹਦੀ ਬਿਪਤਾ ਨੂੰ ਉਹ ਦੂਰ ਕਰਦਾ, ਉਹਦਾ ਬਿਰਧ ਹੈ, ਕਰਤੇ ਪੁਰਖ ਦਾ ਬਿਰਧ ਹੈ। ਜਿਹੜਾ ਸ਼ਰਣੀ ਆ ਗਿਆ ਉਹਨੂੰ ਸਹਾਰਾ ਮਿਲਿਆ ਉਹਦਾ, ਉਹ ਸੁਖੀ ਹੁੰਦਾ। ਸੇ ਸੁਖੀਏ ਜਿਹ ਨਰ ਬਿਸਰਿਆ ਪੁਰਖ ਵਿਦਾਤਾ, ਤੇ ਦੁਖੀਆ ਮੈਂ ਗਣਨੇ। ਜਿਨ੍ਹਾਂ ਨੂੰ ਰੱਬ ਵਿਸਰਦਾ ਉਹਨਾਂ ਦੀ ਗਿਣਤੀ ਦੁਖੀਆਂ ਦੇ ਵਿੱਚ ਹੁੰਦੀ ਹੈ, ਦੁਖੀ ਹੁੰਦੇ ਨੇ। ਦੇਖੋ ਨੂੰ ਜਿੱਦਾਂ ਮਰਜ਼ੀ ਸੁਖੀ ਲੱਗਣ, ਪਰ ਅੰਦਰੋਂ ਫੋਲ ਕੇ ਵੇਖੋ ਬੜੇ ਦੁਖੀ ਹੁੰਦੇ ਨੇ। ਜਿਹ ਗੁਰਮਾਨ ਪ੍ਰਭੂ ਲਿਵ ਲਾਈ, ਤੇ ਮਹਾ ਆਨੰਦ ਰਸ ਕਰਿਆ। ਜਿਸ ਨੇ ਗੁਰੂ ਨੂੰ ਮੰਨ ਕੇ, ਗੁਰੂ ਨੂੰ ਮੰਨ ਗੁਰਬਾਣੀ ਨੂੰ ਪੜ੍ਹਿਆ, ਸੁਣਿਆ, ਮੰਨਿਆ, ਤਾਂ ਮਤਲਬ ਗੁਰੂ ਨੂੰ ਮੰਨਿਆ। ਜਿਸ ਨੇ ਗੁਰੂ ਨੂੰ ਮੰਨਿਆ, ਪ੍ਰਭੂ ਨੇ ਉਹਦੀ ਲਿਵ ਲਾਤੀ। ਲਿਵ ਤਦੇ ਹੀ ਲੱਗਦੀ ਹੈ ਜਦੋਂ ਗੁਰੂ ਨੂੰ ਮੰਨਦਾ, ਗੁਰਬਾਣੀ ਨੂੰ ਮੰਨਦਾ, ਇਹਦੀ ਲਿਵ ਲੱਗਦੀ ਹੈ। ਫਿਰ ਉੱਥੇ ਬਣਦਾ ਕੀ ਹੈ ਜਿੱਥੇ ਲਿਵ ਲੱਗਦੀ ਹੈ? ਕਹਿੰਦੇ ਮਹਾ ਆਨੰਦ ਰਸ ਕਰਿਆ। ਉੱਥੇ ਮਹਾ ਆਨੰਦ ਹੁੰਦਾ, ਰਸ, ਗੁਰੂ ਦੇ ਨਾਲ ਰਸ, ਹਾਂਜੀ, ਨਿਰੰਕਾਰ ਦੇ ਨਾਲ ਰਸ, ਅਤੇ ਸੰਸਾਰ ਦੇ ਨਾਲ ਵੀ ਰਸ। ਜਿਹੜੇ ਨਿਰੰਕਾਰ ਨੂੰ ਯਾਦ ਨਹੀਂ ਕਰਦੇ ਉਹਨਾਂ ਦੀ ਰੱਬ ਵੱਲੋਂ ਵੀ ਬੇਰਸੀ ਹੈ ਅਤੇ ਸੰਸਾਰ ਵੱਲੋਂ ਵੀ ਬੇਰੁਖੀ ਹੁੰਦੀ ਹੈ। ਉਹ ਬਣਦੀ ਥੋੜ੍ਹੀ ਹੈ, ਨਾ ਸੱਜਣਾ ਮਿੱਤਰਾਂ ਨਾਲ, ਨਾ ਘਰ ਵਾਲਿਆਂ ਨਾਲ। ਕੀ ਕਰਨਾ ਪੈਸੇ ਨੂੰ, ਕੀ ਕਰਨਾ ਭਾਈ ਬਹੁਤ ਜ਼ਮੀਨ ਜਾਇਦਾਦ, ਕਾਰੋਬਾਰ ਨੂੰ, ਜੇ ਕਿਸੇ ਨਾਲ ਰਸ ਹੀ ਹੈ ਨਹੀਂ, ਕੀ ਕਰਨਾ ਗੁਣਾਂ ਨੂੰ ਜੇ ਰਸ ਹੀ ਨਹੀਂ ਰੱਖਿਆ ਕਿਸੇ ਨਾਲ। ਸੰਸਾਰਕ ਰਸ ਵੀ ਰੱਖਦਾ ਉਹ। ਸੋ ਜਿੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਲਿਵ ਲੱਗਣ ਲੱਗ ਪੈਂਦੇ ਉਹਨਾਂ ਦਾ ਸੰਸਾਰਕ ਰਸ ਵੀ ਸੱਚੇ ਪਾਤਸ਼ਾਹ ਬਣਾਉਂਦੇ ਨੇ।
जे प्रभु विसार गुर ते बेमुखाई ते नरक घोर मैं बरिया। जिन्हों ने रब विसार दिता, गुरु तो बेमुख हो गए, गुरु ने रब चेते कराउणा सी ना, गुरु तो बेमुख हो गए, कहते फिर घोर नरकां विच पैंदा है, जिथों फिर बिलकदा कोई आवाज़ा नहीं सुनता। जित को लाया तित ही लागा तैसो ही वरतारा। ये ब्रह्म की विचार दे विच फिर जिहड़े रब दे प्यारे हुंदे ने, सारा खेड देख, खेड तमाशा देख के कहंदे रब्बा है नहीं किसी दे बस, किसी नूं भगत बनाता, किसी नूं संसार च फसाता। वरतारा उदां दा ही करदा, जिहड़ा भगत बन गया उहदा वरतारा की होवेगा, कहंदा चल भी रब की गल सुना, मेरे कोल सुन लै, ਜਾਂ ਮੈਨੂੰ ਸੁਣਾ ਜੇ ਤੂੰ ਸੁਣਾ, ਉਹਦਾ ਵਰਤਾਰਾ ਇਹੀ ਹੋਵੇਗਾ, ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਵਹਾਰਾ। ਹੁਣ ਜਿਹੜਾ ਭਗਤ ਨਹੀਂ ਹੈ ਉਹਨੂੰ ਕੰਮਾਂ 'ਚ ਫਸਾਤਾ, ਤੂੰ ਹਰ ਵਕਤ ਉਹਦਾ ਦਿਮਾਗ ਪੈਸਿਆਂ 'ਤੇ ਜਾਣਾ ਵੀ ਕਿਵੇਂ ਇਹਦੀ ਜੇਬ 'ਚੋਂ ਕਢਾਵਾਂ, ਹਰ ਵਕਤ ਉੱਥੇ ਹੀ ਜਾਵੇਗਾ। ਉਹਨੇ ਨਹੀਂ ਦੇਖਣਾ ਵੀ ਇਹਦਾ ਨੁਕਸਾਨ ਹੁੰਦਾ, ਇਹ ਦੁਖੀ ਹੋਵੇਗਾ, ਇਹ ਕਿਵੇਂ ਗੁਜ਼ਾਰਾ ਕਰੇਗਾ। ਉਹਨੇ ਇਹ ਦੇਖਣਾ ਵੀ ਇਹਦੇ ਪੈਸੇ ਮੇਰੇ ਕੋਲ ਆ ਜਾਣ, ਆਪਣਿਆਂ ਨਾਲ ਸਬਰ ਕੋ ਨਹੀਂ। ਵਰਤਾਰਾ ਉੱਦਾਂ ਦੇ ਵਰਤਣਾ ਉਹਨੇ, ਤੂੰ ਉਹਨਾਂ ਨੂੰ ਇੱਦਾਂ ਲਾ ਦਿੱਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਿਸੇ ਦਾ ਵਸ ਨਹੀਂ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ। ਨਾਨਕ ਸਾਹਿਬ ਕਰੀ ਸੰਤਨ ਕੀ ਹਿਰਦੈ ਪਏ ਮਗਨ ਚਰਨਾਰਾ। ਸੋ ਕਦੀ ਕਦੀ ਐਸਾ ਹੋ ਜਾਂਦਾ ਵੀ ਜਿਹੜਾ ਤਾਂ ਹੁਣ ਬੰਦਗੀ ਕਰਨੇ ਵਾਲਾ ਉਹ ਤਾਂ ਹੋਰ ਅੱਗੇ ਵਧਣਾ ਚਾਹੀਦਾ, ਉਹ ਬੈਕ ਨਹੀਂ ਹੋਣਾ ਚਾਹੀਦਾ। ਹੰਕਾਰ ਬੈਕ ਲੈ ਕੇ ਆਉਂਦਾ ਉਹਨੂੰ, ਜੇ ਹੰਕਾਰ ਆ ਗਿਆ ਨਾ ਫਿਰ ਬਹਿਕ ਆ ਜਾਂਦਾ, ਉਹ ਅੱਗੇ ਵਧੇ। ਉਹਦੇ ਵਾਸਤੇ ਵੀ ਇੱਕੋ ਹੀ ਫਾਰਮੂਲਾ ਹੈ ਜੀ। ਦੂਸਰਾ, ਸੋ ਜਿਹੜਾ ਪੁੱਠੇ ਪਾਸੇ ਲੱਗਿਆ ਹੋਇਆ, ਇੱਕੋ ਹੀ ਦਿਮਾਗ 'ਚ ਹੈ ਬਸ ਵੀ ਪੈਸਾ ਇਕੱਠਾ ਕਰਨਾ, ਜਾਇਦਾਦ ਬਣਾਉਣੀ ਹੈ, ਧਨ ਜੋੜਨਾ, ਕਿਸੇ ਨਾਲ ਕੋਈ ਰਸ ਨਹੀਂ ਰੱਖਿਆ ਹੋਇਆ ਉਸਨੇ। ਸੋ ਉਹਨੂੰ ਸਿਰਫ ਉਹਦੇ ਵਾਸਤੇ ਪੈਸਾ ਹੀ ਸਭ ਕੁਝ ਹੈ। ਉਹ ਇਸ ਮਾਰਗ 'ਤੇ ਵੀ ਚਲਦਿਆਂ ਚਲਦਿਆਂ ਕਦੀ ਤੰਗ ਉਹ ਵੀ ਹੋ ਜਾਂਦਾ, ਫਿਰ ਕੀ ਕਰਨਾ, ਕਦੀ ਕਿਤੇ ਹੋ ਹੀ ਜਾਂਦਾ ਤੰਗ। ਫਿਰ ਉਹ ਇੱਕ ਟਰਨਿੰਗ ਪੁਆਇੰਟ ਹੁੰਦਾ ਹੈ। ਉਸ ਵੇਲੇ ਫਿਰ ਹਿੰਮਤ ਕਰਕੇ ਨਾ ਇੱਕ ਜੁਗਤੀ ਦੱਸੀ ਮਹਾਰਾਜ ਨੇ, ਆਖਰੀ ਪੰਕਤੀ ਹੈ, ਕਹਿੰਦੇ ਸਹਿ ਪਕਰੀ ਸੰਤਨ ਕੀ। ਇੱਥੇ ਸੰਤਨ ਸ਼ਬਦ ਹੈ ਸਾਧ ਸੰਗਤ ਗੁਰਮੁਖਾਂ ਦੀ, ਗੁਰਮੁਖਾਂ ਦੀ ਸ਼ਹਿ ਪ੍ਰਾਪਤ ਕਰ। ਕਹਿਣਾ ਤੈਨੂੰ ਉਹਦੀ ਸ਼ਹਿ ਆ, ਤੂੰ ਨਹੀਂ ਕਹਿਣਾ ਬੋਲਦਾ ਉਹ ਬੋਲਦਾ, ਤੈਨੂੰ ਫਲਾਨੇ ਦੀ ਸ਼ਹਿ ਆ। ਸੰਤਨ ਕੀ ਸ਼ਹਿ, ਸਾਧ ਸੰਗਤ ਦੀ ਸ਼ਹਿ। ਕਹਿੰਦੇ ਪਕੜ ਲਈ ਦੀ ਹੁੰਦੀ ਹੈ ਸਾਧ ਸੰਗਤ ਦੀ ਸ਼ਹਿ। ਹਿਰਦੇ ਪਏ ਮਗਨ ਚਰਨਾਰਾ। ਬਸ ਜਿਹਨੂੰ ਹਿਰਦੇ ਵਿੱਚ ਸੰਤਾਂ ਦੀ ਸ਼ਹਿ ਆ ਗਈ ਨਾ, ਸਾਧ ਸੰਗਤ ਦੀ, ਉਹ ਫਿਰ ਉਹ ਮਗਨ ਚਰਨਾਰਾ ਸ਼ਬਦ ਦੇ ਵਿੱਚ ਮਗਨ ਹੋਣਾ ਸ਼ੁਰੂ ਹੋ ਜਾਂਦਾ ਜੀ, ਮਸਤ ਹੋਣਾ ਸ਼ੁਰੂ ਹੋ ਜਾਂਦਾ। ਫਿਰ ਉਹਦੇ ਨਾਲ ਨਾ ਹੰਕਾਰ ਆਵੇਗਾ। ਜੇ ਮਾੜਾ ਜਿਹਾ ਵੀ ਦੇ ਦਿੰਦਾ ਨਾ ਵੀ ਹੰਕਾਰ ਆਉਂਦਾ, ਫਟਾਫਟ ਸਾਧ ਸੰਗਤ ਦੀ ਸ਼ਹਿ ਫੜ ਲਈਦੀ ਹੁੰਦੀ, ਫਿਰ ਮਹਾਰਾਜ ਕਿਰਪਾ ਕਰ ਦਿੰਦੇ ਆ। ਅਤੇ ਜੇ ਉਹ ਪੁੱਠੇ ਪਾਸੇ ਚੱਲਿਆ ਅਤੇ ਅੱਕਿਆ ਪਿਆ, ਉਹ ਵੀ ਸਾਧ ਸੰਗਤ ਦੀ ਸ਼ਹਿ ਫੜ ਲਵੇ, ਮਹਾਰਾਜ ਉਹਦੇ ਵੀ ਕਿਰਪਾ ਕਰ ਦਿੰਦੇ ਆ। ਮਹਾਰਾਜ ਨੇ ਜੁਗਤੀਆਂ ਦੱਸੀਆਂ। ਸੱਚੇ ਪਾਤਸ਼ਾਹ ਹਰੇਕ ਸ਼ਬਦ ਦੇ ਵਿੱਚ ਪਹਿਲੋਂ ਇਸ ਜੀਵ ਦਾ ਖੁਲਾਸਾ ਕਰਦੇ ਨੇ ਵੀ ਕੀ ਕੀ ਕਰਦਾ, ਫਿਰ ਬਚਣਾ ਕਿੱਦਾਂ ਆ, ਉਹ ਢੰਗ ਤਰੀਕਾ ਸਾਰਾ ਹੀ ਸਮਝਾਉਂਦੇ ਨੇ, ਪੂਰਾ ਪੈਕੇਜ ਦਿੰਦੇ ਨੇ ਪੂਰਾ ਮਹਾਰਾਜ। ਇਹ ਨਹੀਂ ਗੱਲ ਅਧੂਰੀ ਨਹੀਂ ਛੱਡਦੇ ਸੱਚੇ ਪਾਤਸ਼ਾਹ ਜੀ। ਫਿਰ ਲੈ ਕਹਿੰਦੇ ਲੈ ਇਹਨੂੰ ਸਾਂਭ ਲੈ, ਸਾਨੂੰ ਦਿੱਤਾ ਹੋਇਆ ਸਭ ਕੁਛ, ਅਸੀਂ ਨਾ ਲਈਏ ਸਾਡੇ ਮੰਦੇ ਭਾਗ, ਜਿਹੜੇ ਲੈ ਲੈਂਦੇ ਉਹਨਾਂ ਦੇ ਚੰਗੇ ਭਾਗ ਹੋ ਜਾਂਦੇ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਬੁਝੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੀ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਾਹੈ ਨਾਨਕ ਮਾਨੋ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰਤਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਦੁਰਗਰਮ ਪਾਇਆ ਤਿਰਜਨ ਕੋਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨ ਸੁਣੋ ਬੜ ਭਾਗੀ ਹੋਂ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਹਾ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਅਰਦਾਸ
ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਜੈਤ ਸਰੀ ਮਹੱਲਾ ਪੰਜਵਾਂ, ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਕੋਈ ਜਾਣੈ ਕਉਨ ਇਹਾਂ ਜਗ ਮੀਤ, ਜਿਸ ਹੋਇ ਕਿਰਪਾਲ ਸੋਈ ਬਿਦ ਬੂਝੈ। ਤਾਂ ਕੀ ਨਿਰਮਲ ਰੀਤ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਜਿਸ ਹੋਇ ਕਿਰਪਾਲ ਸੋਈ ਬਿਦ ਬੂਝੈ। ਤਾ ਕੀ ਨਿਰਮਲ ਰੀਤ। ਰਹਾਉ। ਮਾਤ ਪਿਤਾ ਬਨਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨਰੰਜਨ ਕੀ ਮਾਇਆ। ਹਾ ਕਰਤ ਬਿਹਾਨੀ ਅਵਦੈ, ਤਾ ਮੈਂ ਸੰਤੋਖ ਨ ਪਾਇਆ। ਹਸਤ ਰਥ ਅਸਭ ਪਵਨ ਤੇਜ ਧਣੀ, ਭੂਮਨ ਚਤੁਰੰਗਾ। ਸੰਗ ਨਾ ਚਾਲਿਓ ਇਨ ਮੈਂ ਕਛੂਐ, ਊਠ ਸਿਧਾਇਓ ਨਾਂਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।